ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਇਸ ਸਪੈਸ਼ਲ ਸ਼ੋਅ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਨੂੰ ਲੈ ਕੇ, ਖਾਸ ਕਰਕੇ ਜਦੋਂ ਆਸਟ੍ਰੇਲੀਆ ਜਾਣਾ ਹੁੰਦਾ ਤੇ ਬਹੁਤ ਸਾਰੇ ਇੰਡੀਅਨਸ ਅਜਿਹੇ ਨੇ ਜੋ ਕਿ ਨਰਸਿੰਗ ਨੂੰ ਪ੍ਰੈਫਰ ਕਰਦੇ ਨੇ, ਪਰ ਨਰਸਿੰਗ ਦਾ ਸਕੋਪ ਕੀ ਹੈਗਾ ਆਸਟ੍ਰੇਲੀਆ ਦੇ ਵਿੱਚ, ਇਸ ਬਾਰੇ ਅੱਜ ਗੱਲਬਾਤ ਕਰਨੀ ਹੈ। ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ ਮੇਰੇ ਨਾਲ ਨੇ, ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦੀ ਸ਼ੋ। ਸਤਿ ਸ਼੍ਰੀ ਅਕਾਲ ਜੀ। ਸੋ ਆਡੀਅנס ਨੂੰ ਦੱਸ ਦਿੰਦੀ ਹਾਂ ਜੀ ਕਿ ਨੰਬਰ ਲਗਾਤਾਰ ਕਨੈਕਟ ਓਵਰਸੀਜ਼ ਦੇ ਫਲੈਸ਼ ਹੋ ਰਹੇ ਨੇ, ਆਫਿਸ ਦੇ ਐਡਰੈਸਿਸ ਫਲੈਸ਼ ਹੋ ਰਹੇ ਨੇ ਸਕਰੀਨ ਦੇ ਉੱਤੇ, ਤੁਸੀਂ ਇਹਨਾਂ ਨੂੰ ਨੋਟ ਕਰਕੇ ਰੱਖ ਲੈਣਾ। ਅੱਜ ਦਾ ਸ਼ੋਅ ਤੁਸੀਂ ਦੇਖੋ, ਇਸ ਤੋਂ ਇਲਾਵਾ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤੇ ਤੁਹਾਡਾ ਮੋਸਟ ਵੈਲਕਮ ਹੈ। ਅੰਮ੍ਰਿਤਸਰ ਦੇ ਵਿੱਚ ਆਫਿਸ ਹੈ, ਮੋਹਾਲੀ ਦੇ ਵਿੱਚ ਆਫਿਸ ਹੈ, ਹਰਿਆਣਾ ਦੀ ਗੱਲ ਕੀਤੀ ਜਾਵੇ ਕੈਥਲ ਦੇ ਵਿੱਚ ਆਫਿਸ ਹੈ, ਬਰਾੜਾ, ਯਮੁਨਾ ਨਗਰ, ਲਾਡਵਾ, ਇੱਥੇ ਇਹਨਾਂ ਦੇ ਆਫਿਸ ਹੈਗੇ ਨੇ। ਜੋ ਵੀ ਤੁਹਾਨੂੰ ਨੀਅਰ ਬਾਏ ਪੈਂਦਾ ਤੁਸੀਂ ਪਹੁੰਚੋ। ਸੋ ਸਰ, ਮੈਂ ਗੱਲ ਕਰਾਂਗੀ ਜਿਵੇਂ ਮੈਂ ਸ਼ੁਰੂਆਤ ਕੀਤੀ, ਕਿਉਂਕਿ ਬਹੁਤ ਸਾਰੇ ਸਾਨੂੰ ਮੈਸੇजेस ਆਉਂਦੇ ਨੇ ਕਿ ਜਿਨ੍ਹਾਂ ਨੇ ਇੱਥੇ ਨਰਸਿੰਗ ਕੀਤੀ ਹੋਈ, ਕਿਉਂਕਿ ਹਰ ਕਿਸੇ ਨੂੰ ਹੁੰਦਾ ਕਿ ਆਸਟ੍ਰੇਲੀਆ ਜਾਣਾ ਅਸੀਂ ਨਰਸਿੰਗ ਕਰ ਲਈਏ, ਹੈ ਨਾ। ਕੀ ਸਕੋਪ ਕੀ ਰਹਿੰਦਾ ਤੁਹਾਡੇ ਕੋਲ, ਕੀ ਆਪਸ਼ਨਸ ਹੈਗੇ ਉਹਨਾਂ ਦੇ ਲਈ? ਹਾਂਜੀ ਪ੍ਰੀਤ, ਅਗਰ ਜੇ ਆਪਾਂ ਨਰਸਿੰਗ ਦੀ ਗੱਲ ਕਰੀਏ ਇਨ ਆਸਟ੍ਰੇਲੀਆ ਦੇ ਐਂਪਲ ਆਫ ਸਕੋਪ ਹੈਗਾ। ਨਾਓ ਜਿਹੜੀ ਨਰਸਿਸ ਨੇ GNM ਕੀਤਾ ਜਾਂ ਜਿਹੜੇ ਮੈਡੀਕਲ ਸਟੂਡੈਂਟਸ ਵੀ 10+2 ਉਹਨਾਂ ਨੂੰ ਤਾਂ ਬੈਚਲਰ ਡਿਗਰੀ ਕਰਨ ਲਈ ਜਾਣਾ ਪੈਂਦਾ ਐਂਡ ਟੂ ਡੂ ਬੈਚਲਰ ਡਿਗਰੀ ਉਹਨਾਂ ਨੂੰ 7 ਬੈਂਡ ਇਨ ਈਚ ਮੋਡਿਊਲ ਚਾਹੀਦਾ। ਸੋ ਬੇਸਿਕ ਜਿਹੜੇ GNM ਨਰਸਿਸ ਹੈ ਉਹ 2 ਸਾਲ ਦਾ ਕੋਰਸ ਕਰਕੇ, ਕਨਵਰਜਨ ਦਾ ਕੋਰਸ ਕਰਕੇ ਦੇ ਕੈਨ ਗੈਟ ਰਜਿਸਟਰਡ ਐਜ਼ ਅ ਨਰਸ। ਐਂਡ ਜਿਹੜੇ 10+2 ਸਟੂਡੈਂਟਸ ਹੈਗੇ they can go for bachelor degree which is of 3 years, 3 ਸਾਲ ਦੀ ਡਿਗਰੀ ਕਰਕੇ ਆਪਣੀ ਦੀ ਰਜਿਸਟ੍ਰੇਸ਼ਨ ਕਰਾ ਕੇ they can work as a nurse. But today I would like to mention to the audience ਕਿ ਸਾਡੇ ਕੋਲ ਇੱਕ ਸਪੈਸ਼ਲ ਪ੍ਰੋਗਰਾਮ ਹੈਗਾ ਜਿਹਦੇ ਵਿੱਚ BSc ਨਰਸਿੰਗ ਜਿਨ੍ਹਾਂ ਨੇ ਕੀਤੀ ਹੈ and plus if they have 2 years of experience and overall 6 bands. Now the best part is ਇੱਥੇ 7 bands ਨਹੀਂ ਚਾਹੀਦੇ, overall 6 band they can go and study a particular course and then can get employed as a community worker or healthcare worker or individual support worker. ਓਕੇ ਸੋ 2 year ਕੋਰਸ ਕੀ ਕ੍ਰਾਈਟੇਰੀਆ ਕੀ ਸਰ ਮੈਚ ਕਰਨਾ ਪਏਗਾ ਇੱਥੇ ਕਿ ਲਾਈਕ ਕਿਸ ਤਰੀਕੇ ਦੇ ਨਾਲ ਜਾ ਸਕਦੇ ਨੇ? ਜਿਹੜੇ ਤੇ BSc ਨਰਸਿੰਗ ਉਹਨਾਂ ਨੂੰ ਸਿਰਫ 3 ਮਹੀਨੇ ਦਾ ਕੋਰਸ ਆਨਲਾਈਨ ਕਰਨਾ ਪੈਂਦਾ। ਆਨਲਾਈਨ ਇੰਡੀਆ ਦੇ ਵਿੱਚ ਰਹਿ ਕੇ ਕਰਨਾ ਪਏਗਾ? ਯੈਸ, ਇੰਡੀਆ ਦੇ ਵਿੱਚ ਕਰਨਾ ਪਏਗਾ। ਦੈਟ ਇਜ਼ ਸਰਟੀਫਿਕੇਟ 3 ਇਨ ਇੰਡੀਵਿਜੂਅਲ ਸਪੋਰਟ ਕੇਅਰ। ਓਕੇ ਡਨ। ਸੋ ਉਹਦੀ ਕਾਸਟ ਹੈਗੀ ਜੀ $18,500। ਓਕੇ। ਸੋ ਉਹ ਕੋਰਸ ਕੰਪਲੀਟ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ NMAC ਦੇ ਨਾਲ। NMAC ਇਜ਼ ਬੇਸਿਕਲੀ ਆਸਟ੍ਰੇਲੀਅਨ ਨਰਸਿੰਗ ਐਂਡ ਮਿਡਵਾਈਫਰੀ ਕਾਉਂਸਲ, ਐਕ੍ਰੀਡੇਸ਼ਨ ਕਾਉਂਸਲ ਹੈ। ਸੋ ਜਿਹੜਾ ਕਾਲਜ ਉਹਨਾਂ ਨੂੰ ਕੋਰਸ ਕਰਾ ਰਿਹਾ ਹੈਗਾ ਉਹ ਉਹਨਾਂ ਲਈ ਇੰਪਲੋਇਮੈਂਟ ਕ੍ਰੀਏਟ ਕਰਦਾ ਹੈ। ਦੇ ਹੈਵ ਵੇਰੀਅਸ ਕਮਿਊਨਿਟੀ ਸਰਵਿਸਿਜ਼ ਹੋਮਸ ਜਿਨ੍ਹਾਂ 'ਚ ਇੰਪਲੋਇਮੈਂਟ ਕ੍ਰੀਏਟ ਹੋ ਜਾਂਦੀ ਹੈ ਐਂਡ ਦੇ ਆਰ ਇੰਟਰਵਿਊਡ ਫਰੋਮ ਇੰਡੀਆ ਓਨਲੀ ਐਂਡ ਦੈਨ ਦੇ ਆਰ ਗਿਵਨ ਅ ਇੰਪਲੋਇਮੈਂਟ ਸਰਟੀਫਿਕੇਟ। ਉਸ ਦੇ ਬੇਸ 'ਤੇ ਸਬ ਕਲਾਸ 482 ਹੈਗਾ ਜਿਸ ਦੇ ਬੇਸ 'ਤੇ ਦੇ ਕੈਨ ਅਪਲਾਈ ਐਂਡ ਗੋ ਫॉर 2 years of employment. ਓਕੇ, ਡਾਇਰੈਕਟ ਇੰਪਲੋਇਮੈਂਟ ਲਈ ਜਾਣਗੇ, ਉੱਥੇ ਜਾ ਕੇ ਸਟੱਡੀ ਨਹੀਂ ਕਰਨੀ ਪਏਗੀ ਉਹਨਾਂ ਨੂੰ? ਨਾਟ ਰੀਅਲੀ। ਸਟੱਡੀ ਜਿਹੜੀ ਕਰਨੀ ਹੈ ਇੰਡੀਆ ਵਿੱਚ ਕਰਨੀ ਹੈ, ਜਿਹੜਾ ਕੋਰਸ ਹੈਗਾ 3 months ਦਾ ਕੋਰਸ ਹੈਗਾ ਉਹ ਕੰਪਲੀਟ ਕਰਨ ਤੋਂ ਬਾਅਦ, ਮੈਂ ਦੁਬਾਰਾ ਦੁਹਰਾਨਾ, ਉਹ ਕੰਪਲੀਟ ਕਰਨ ਤੋਂ ਬਾਅਦ NMAC ਦੀ ਰਜਿਸਟ੍ਰੇਸ਼ਨ ਹੈ। NMAC ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਗਰ ਦਿਸ ਗੈਟ ਸਿਲੈਕਟਡ, ਨਾਓ ਦੀ ਕੰਡੀਸ਼ਨ ਇਜ਼ ਉਹਨਾਂ ਦੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਆਨਲਾਈਨ। ਸੋ ਇਫ ਦੇ ਆਰ ਸਿਲੈਕਟਡ ਟੂ ਵਰਕ ਐਜ਼ ਅ ਕਮਿਊਨਿਟੀ ਵਰਕਰ ਐਂਡ ਉਸ ਤੋਂ ਬਾਅਦ ਉਹਨਾਂ ਦੇ ਲਾਇਰਸ ਵੀਜ਼ਾ ਅਪਲਾਈ ਕਰਦੇ ਹਨ। ਓਕੇ, ਵੈਰੀ ਨਾਈਸ। ਇਹ ਤਾਂ ਲਾਈਕ BSc ਵਾਲਿਆਂ ਵਾਸਤੇ, ਜਿਹੜੇ BSc ਨਰਸਿੰਗ ਵਾਲੇ ਸਟੂਡੈਂਟ ਸੀਗੇ, ਬਹੁਤ ਵਧੀਆ ਮੌਕਾ ਹੈ ਕਿ ਲਾਈਕ ਆਸਟ੍ਰੇਲੀਆ ਜਾ ਕੇ ਤੁਹਾਨੂੰ ਲੰਬੀ ਚੌੜੀ ਸਟੱਡੀ ਨਹੀਂ ਕਰਨੀ ਪਏਗੀ। ਆਲਮੋਸਟ ਇਹ ਹੁੰਦਾ ਕਿ ਅਸੀਂ ਉੱਥੇ ਜਾਵਾਂਗੇ 2 ਸਾਲ 3 ਸਾਲ, ਇੱਥੇ ਇੰਡੀਆ 'ਚ ਰਹਿ ਕੇ ਆਨਲਾਈਨ 3 ਮਹੀਨੇ ਦੀ ਸਟੱਡੀ ਕੀਤੀ, ਕੋਰਸ ਕੰਪਲੀਟ ਕੀਤਾ, ਅਗਰ ਤੁਸੀਂ ਸਿਲੈਕਟ ਹੋ ਜਾਂਦੇ ਹੋ ਤਾਂ ਸਿੱਧਾ ਇੰਪਲੋਇਮੈਂਟ ਦੇ ਲਈ ਤੁਸੀਂ ਜਾਓਗੇ। ਸੋ ਬੈਸਟ ਆਪਸ਼ਨ ਹੈ ਮੈਂ ਕਹਾਂਗੀ। ਸੋ ਜਿੰਨੇ ਵੀ ਸਟੂਡੈਂਟ BSc ਨਰਸਿੰਗ ਵਾਲੇ ਸੁਣ ਰਹੇ ਨੇ ਸਾਡਾ ਸ਼ੋਅ, ਤੁਸੀਂ ਜ਼ਰੂਰ ਅਪਲਾਈ ਕਰੋ। ਨੰਬਰ ਤੁਹਾਡੇ ਕੋਲ ਆ ਗਏ ਨੇ, ਹੋਰ ਡਿਟੇਲ ਦੇ ਵਿੱਚ ਜਾਣਕਾਰੀ ਚਾਹੀਦੀ ਹੈ ਤਾਂ ਇਹਨਾਂ ਨੰਬਰਸ 'ਤੇ ਤੁਸੀਂ ਕਾਲ ਕਰ ਸਕਦੇ ਹੈਗੇ ਹੋ। ਸੋ ਇਹ ਕੋਈ ਜਿਵੇਂ ਤੁਸੀਂ ਕਿਹਾ ਕਿ ਅਗਰ ਉਹ ਸਿਲੈਕਟ ਹੁੰਦੇ ਨੇ, ਸਿਲੈਕਟ ਕਰਨ ਦਾ, ਸਿਲੈਕਸ਼ਨ ਦਾ ਕ੍ਰਾਈਟੇਰੀਆ ਕੀ ਹੈਗਾ? ਵਨ, ਜਿਹੜੇ ਨਰਸਿਸ ਅਪਲਾਈ ਕਰਦੇ ਦੇ ਨੀਡ ਟੂ ਅੰਡਰਸਟੈਂਡ ਦੇ ਕਾਂਟ ਗੋ ਐਂਡ ਵਰਕ ਐਜ਼ ਅ ਨਰਸ। ਨਾ ਮੈਂ ਫਿਰ ਬੜੀ ਕਲੀਅਰਲੀ ਦੱਸਿਆ, ਅਗਰ ਕੋਈ ਵੀ ਨਰਸ ਉੱਥੇ ਜਾ ਕੇ ਐਜ਼ ਅ ਨਰਸ ਦੇ ਵਿੱਚ ਵਰਕ ਕਰਨਾ ਚਾਹੁੰਦੀ ਹੈ, ਦੇ ਨੀਡ ਟੂ ਹੈਵ 7 in each module. And they need to get accreditation done from nursing council there. So without 7 band they cannot work as a nurse there. Now this opportunity is ਜਿਹੜੇ nurses ਜਿਨ੍ਹਾਂ ਨੇ nursing ਕੀਤੀ ਹੋਈ ਹੈ but have overall 6 band. ਅਗਰ ਤੁਹਾਡੇ overall 6 band ਹੈ ਤੇ ਤੁਸੀਂ as a community worker ਕੰਮ ਕਰ ਸਕਦੇ ਹੋ ਔਰ individual support worker ਕੰਮ ਕਰ ਸਕਦੇ। and the best part, ਤੁਸੀਂ ਇੱਥੋਂ ਚਲੇ ਜਾਂਦੇ ਹੋ, you are working for a community home ਐਂਡ ਉੱਥੇ ਜਾ ਕੇ ਤੁਸੀਂ OET ਕਲੀਅਰ ਕਰ ਲੈਂਦੇ ਹੋ ਜਾਂ 7 ਬੈਂਡ ਲੈ ਲੈਂਦੇ ਹੋ, ਤੁਸੀਂ ਇਮੀਡੀਏਟਲੀ ਆਪਣੀ ਐਜ਼ ਅ ਨਰਸਿੰਗ ਕਾਉਂਸਲ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਯੂ ਕੈਨ ਸਟਾਰਟ ਯੋਰ ਨਰਸਿੰਗ ਜੌਬਸ।
ਓਕੇ ਲਾਈਕ ਉੱਥੇ ਜਾ ਕੇ ਵੀ 7 ਬੈਂਡ ਲੈ ਸਕਦੇ ਨੇ। ਹਾਂਜੀ ਦੇ ਕੈਨ Okay. ਡੂ ਇਟ ਵਨਸ ਦੇ ਇੰਪਰੂਵ देयर ਇੰਗਲਿਸ਼। ਸੋ ਉਸ ਤੋਂ ਬਾਅਦ 7 ਬੈਂਡ ਲੈਣਾ ਕੋਈ ਇੰਨਾ ਕੋਈ Right, ਮੁਸ਼ਕਿਲ ਨਹੀਂ ਹੈ, ਇਟਸ right, ਨਾਟ ਵੈਰੀ right. ਡਿਫਿਕਲਟ। ਬਿਲਕੁਲ ਜੀ। ਔਰ ਇੱਕ ਤੁਸੀਂ ਦੱਸਿਆ ਕਿ 2 ਈਅਰ ਕਮਿਊਨਿਟੀ ਉੱਥੇ EMPLOYMENT ਹੋਏਗੀ ਹੈ ਨਾ? ਹਾਂਜੀ, ਹਾਂਜੀ। ਆਫਟਰ 2 ਈਅਰ ਕੀ ਹੋਏਗਾ ਫਿਰ, ਅੱਗੇ ਉਹ ਐਕਸਟੈਂਡ ਹੁੰਦਾ ਜਾਏਗਾ ਜਾਂ ਫਿਰ ਕੀ ਕ੍ਰਾਈਟੇਰੀਆ? ਡੈਫੀਨਿਟਲੀ ਜੀ ਐਕਸਟੈਂਡ ਹੋ ਜਾਂਦਾ ਹੈਗਾ, ਕਿਉਂਕਿ ਇਹਦੇ ਵਿੱਚ ਇੱਕ ਏਜ ਕ੍ਰਾਈਟੇਰੀਆ ਹੈਗਾ। ਓਕੇ Any nurse till the age of 45 can work in a community center, community homes. And a reason why this system has developed, because there is a huge shortage for community workers in Australia. ਓਕੇ ਅਗਰ ਮੈਂ ਟੈਕਨੀਕਲੀ ਗੱਲ ਕਰਾਂ ਤਾਂ ਕਮਿਊਨਿਟੀ ਵਰਕਰ ਦੀ ਸ਼ਾਰਟੇਜ ਕੈਨੇਡਾ 'ਚ ਵੀ ਹੈਗੀ, ਯੂਕੇ 'ਚ ਵੀ ਬਹੁਤ ਹੈ। ਸੋ this opportunity has come very recently, and I think ਜਿਨ੍ਹਾਂ ਨੇ BSc ਨਰਸਿੰਗ ਕੀਤੀ, they should come and meet us and avail this opportunity. ਰਾਈਟ, ਬਿਲਕੁਲ ਬਿਲਕੁਲ। ਸੋ ਤੁਹਾਨੂੰ ਮਿਲਣਾ ਚਾਹੀਦਾ ਫੇਸ ਟੂ ਫੇਸ, ਜਦੋਂ ਬੈਠ ਕੇ ਤੁਸੀਂ ਮਿਲਦੇ ਹੋ ਸੋ ਬਹੁਤ ਸਾਰੀਆਂ ਆਪਸ਼ਨਸ ਜਿਹੜੀਆਂ ਤੁਹਾਡੇ ਲਈ ਮਿਲ ਜਾਂਦੀਆਂ ਨੇ। ਸੋ ਇੱਕ GNM ਨਰਸਿੰਗ ਜਾਂ ਬਾਕੀਆਂ ਵਾਸਤੇ ਤਾਂ ਆਪਸ਼ਨਸ ਹੈ ਹੀ ਹੈ ਕਨੈਕਟ ਓਵਰਸੀਜ਼ ਸਕੂਲ। ਅੱਜ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਦੀ ਗੱਲ ਕਰ ਰਹੇ ਹਾਂ ਜੋ ਆਪਸ਼ਨ ਮਿਲ ਰਹੀ ਹੈ BSc ਨਰਸਿੰਗ ਵਾਲੇ ਨੂੰ। ਸੋ ਇਹ BSc ਨਰਸਿੰਗ ਫਰੈਸ਼ ਪਾਸ ਆਊਟ ਹੋਣੇ ਚਾਹੀਦੇ ਨੇ ਜਾਂ ਫਿਰ ਗੈਪ ਚੱਲੇਗਾ, ਲਾਈਕ ਆਸਟ੍ਰੇਲੀਆ ਗੈਪ ਨਹੀਂ ਲੈਂਦਾ ਹਮੇਸ਼ਾ ਨਾ? ਡੈਫੀਨਿਟਲੀ ਜੀ BSc ਨਰਸਿੰਗ ਵਿਦ 2 years ਐਕਸਪੀਰੀਅੰਸ ਚਾਹੀਦਾ। ਉੱਥੇ 'ਚ ਮੈਂ ਇੱਕ ਹੋਰ ਚੀਜ਼ ਕਲੈਰੀਫਾਈ ਕਰਨਾ ਚਾਹੂੰਗਾ, BSc ਨਰਸਿਸ ਵਿਦ ਕਲੀਨਿਕਲ ਐਕਸਪੀਰੀਅੰਸ। ਉਹ ਕਈ ਦਫਾ ਸਾਡੇ ਕੋਲ ਨਰਸਿਸ ਆਉਂਦੀ ਹੈ ਜਿਨ੍ਹਾਂ ਨੇ ਐਜੂਕੇਸ਼ਨ 'ਚ ਹੁੰਦੀਆਂ, ਦੇ ਆਰ ਵਰਕਿੰਗ ਐਜ਼ ਅ ਲੈਕਚਰਰ, ਦੇ ਵਰਕਿੰਗ ਐਜ਼ ਅ ਪ੍ਰੋਫੈਸਰ, ਦੇ ਆਰ ਨਾਟ ਐਲੀਜੀਬਲ। ਓਕੇ So specifically clinical experience, they must be working in a nursing home, they must be working in some hospital. Vada hospital or chota hospital really doesn't matter, but 2 years the minimum experience is required. ਓਕੇ ਓਕੇ। ਸੋ ਆਸਟ੍ਰੇਲੀਆ ਦੇ ਵਿੱਚ ਕੋਈ ਪਾਰਟਿਕੂਲਰ ਲੋਕੇਸ਼ਨਸ ਹੈਗੀਆਂ ਨੇ ਕਿ ਲਾਈਕ ਇਹੀ ਲੋਕੇਸ਼ਨ ਤੇ ਮਿਲੇਗਾ, ਜਾਂ ਓਵਰਆਲ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ? ਡੈਫੀਨਿਟਲੀ ਜੀ ਜਿਹੜੇ ਫਿਲਹਾਲ ਜਿਹੜੀ ਕਾਲਜ ਜਿਹੜੀ ਰਿਕਰੂਟਮੈਂਟ ਕਰਵਾ ਰਿਹਾ ਹੈਗਾ ਉਹ ਸਿਡਨੀ ਏਰੀਆ 'ਚ ਕਰਵਾ ਰਿਹਾ, ਬਟ ਵੈਰੀ ਰੀਸੈਂਟਲੀ ਉਹਨਾਂ ਕੋਲ ਮੈਲਬਨ ਵੀ ਆ ਰਹੇ ਐਂਡ ਦੇ ਆਰ ਵਰਕਿੰਗ ਇਨ ਪਰਥ ਆਲਸੋ। ਸੋ ਵੇਰੀਅਸ ਲੋਕੇਸ਼ਨਸ ਵਿਲ ਕਮ ਇਨ, ਬਟ ਯੈਸ ਅਨਦਰ ਥਿੰਗ ਵਿਚ ਦੀ ਕਾਲਜ ਵਾਂਟਸ ਇਜ਼ ਜਿਹੜੇ ਨਰਸਿਸ ਤੋਂ ਅਪਲਾਈ ਕਰ ਰਹੇ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਜ਼ਰੂਰ ਹੋਏ। If they have to go 20 kilometers out of the city and stay with a family, or do a night shift with a family, because ਉੱਥੇ individual support care ਦੇ ਵਿੱਚ ਸਿਰਫ ਉਹਨਾਂ ਦਾ ਧਿਆਨ ਰੱਖਣਾ, ਉਹਨਾਂ ਕੋਲ ਮੈਡੀਕੇਸ਼ਨ ਦੇਣੀ ਹੈ। ਸੋ so driving license is preferred. ਓਕੇ, ਸੋ ਬਿਲਕੁਲ ਜੀ ਇਹ ਵੀ ਤੁਸੀਂ ਧਿਆਨ ਰੱਖਣਾ ਕਿ ਹੁਣੇ ਤੁਹਾਡੇ ਕੋਲ ਮੌਕਾ ਹੈਗਾ, ਅਗਰ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ, ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਜਾਣਾ ਚਾਹੁੰਦੇ ਹੋ ਤੇ ਤੁਸੀਂ ਹੁਣੇ ਅਪਲਾਈ ਕਰ ਸਕਦੇ ਹੋ। ਡਰਾਈਵਿੰਗ ਨਹੀਂ ਵੀ ਆਉਂਦੀ, ਸਿੱਖ ਸਕਦੇ ਹੋ, ਡਰਾਈਵਿੰਗ ਲਾਇਸੈਂਸ ਜਿਹੜਾ ਇੱਥੋਂ ਵੀ ਅਪਲਾਈ ਕਰ ਦਿਓ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਮੈਚ ਕਰੋ, ਜ਼ਰੂਰ ਆਸਟ੍ਰੇਲੀਆ ਪਹੁੰਚ ਸਕਦੇ ਹੋ। ਤੇ ਇਹਦੇ ਵਿੱਚ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਨੇ? Spouse is eligible, definitely ਜੀ spouse is eligible, but ਕਿਉਂਕਿ ਕਾਲਜ ਪਹਿਲੇ ਸਪਾਂਸਰਸ਼ਿਪ ਦੇ ਰਿਹਾ, they don't want to take responsibility of spouse and the child. ਓਕੇ So ਫਿਲਹਾਲ they are going to sponsor only the main applicant, which is a nurse. On arrival there, ਉੱਥੇ ਪਹੁੰਚਣ ਤੋਂ ਬਾਅਦ ਆਪਣੀ employment ਵਿੱਚ ਜਦੋਂ ਸ਼ੁਰੂ ਕਰ ਲੈਂਦੇ ਹੈਗੇ, ਉਸ ਤੋਂ ਬਾਅਦ ਆਪਣੀ ਸਪਾਊਸ ਤੇ ਆਪਣੇ ਬੱਚੇ ਵੀ ਅਗਰ ਹੈਗੇ, they can call them. So they can go on a spouse dependent visa. ਅੱਛਾ ਸਰ, ਲਾਈਕ ਤੁਸੀਂ ਦੱਸਿਆ ਕਿ ਇੱਥੇ ਆ ਕਿ 18 ਸਮਥਿੰਗ ਹੈ ਨਾ 1000 ਖਰਚਾ ਆਉਂਦਾ ਜੋ 3 ਮੰਥ ਦਾ ਹੁੰਦਾ, ਫਿਰ ਆਫਟਰ ਦੈਟ ਜਦੋਂ ਆਸਟ੍ਰੇਲੀਆ ਜਾਣਾ ਤੇ ਤਦ ਵੀ ਕੋਈ ਖਰਚਾ ਆਉਂਦਾ ਹੈ? ਨਹੀਂ ਜੀ, ਆਸਟ੍ਰੇਲੀਆ ਪਹੁੰਚ ਕੇ ਕੋਈ ਖਰਚਾ ਨਹੀਂ, ਬਿਕੋਜ਼ ਦੇ ਇਮੀਡੀਏਟਲੀ ਸਟਾਰਟ ਵਿਦ ਅ ਜੌਬ। ਐਂਡ ਜਿਹੜੀ ਜੌਬ ਹੈਗੀ ਉਸ ਦੇ ਵਿੱਚ ਐਨੀਥਿੰਗ ਬਿਟਵੀਨ $25 ਐਵਰੇਜ ਪਰ ਆਵਰ ਉਹਨਾਂ ਨੂੰ ਮਿਲਣੇ ਸ਼ੁਰੂ ਹੋ ਜਾਂਦੇ। ਸੋ ਦੇ ਕੈਨ ਸਟਾਰਟ ਦੇਅਰ ਅਰਨਿੰਗ। ਐਂਡ ਇਨੀਸ਼ੀਅਲ ਜਦ ਜਾਂਦੇ ਹੈਗੇ, ਦੀ ਕਾਲਜ ਪ੍ਰੋਵਾਈਡਸ ਅ ਲਿਟਲ ਅਕੋਮੋਡੇਸ਼ਨ ਫॉर 1 month, ਐਂਡ ਸਮਟਾਈਮ ਉਹ ਨਾ ਅਕੋਮੋਡੇਸ਼ਨ ਪ੍ਰੋਵਾਈਡ ਕਰਨ ਤੇ ਕਮਿਊਨਿਟੀ ਸੈਂਟਰ ਕਰਦੇ ਹੈਗੇ, ਐਂਡ ਦੇ ਟ੍ਰੇਨ ਦੇਮ ਆਲਸੋ, ਬਿਕੋਜ਼ ਉੱਥੇ ਦੇ ਸਿਸਟਮ ਨਾਲ ਟ੍ਰੇਨਿੰਗ, ਪ੍ਰੈਕਟੀਕਲ ਟ੍ਰੇਨਿੰਗ ਬੜੀ ਜ਼ਰੂਰੀ ਹੈ ਬਿਫੋਰ ਦੇ ਗੋ ਐਂਡ ਵੈਂਚਰ ਆਊਟ and go look after the family. So ਉਹ training ਬੜੀ ਜ਼ਰੂਰੀ ਹੈ। So ਉਹ training ਵੀ provide ਕਰਦੇ and they don't charge anything for that. Okay, very So nice. everything is included in $18,500. 18,000 ਸੋ ਬਿਲਕੁਲ ਬਹੁਤ ਮਿਨੀਮਮ ਪ੍ਰਾਈਸ ਦੇ ਵਿੱਚ ਤੁਸੀਂ ਇੱਥੇ ਕੋਰਸ ਕਰੋ, ਉੱਥੇ ਜਾ ਕੇ ਡਾਇਰੈਕਟ ਤੁਹਾਨੂੰ EMPLOYMENT ਮਿਲੇਗੀ। 2 ਸਾਲ ਦਾ ਸਰ ਨੇ ਦੱਸਿਆ ਹੈਗਾ, ਜਿਵੇਂ ਕਿ ਉਸ ਤੋਂ ਬਾਅਦ ਐਕਸਟੈਂਡ ਹੁੰਦਾ ਜਾਏਗਾ। ਫੈਮਿਲੀ ਨੂੰ ਬਾਅਦ ਸੈਟਲ ਕਰਨਾ ਚਾਹੋ ਤਾਂ ਕਰ ਸਕਦੇ ਹੋ। ਸੋ ਹੋਰ ਡਿਟੇਲਸ ਜਾਣਕਾਰੀ ਚਾਹੀਦੀ ਹੈ, ਤੁਸੀਂ ਕਨੈਕਟ ਓਵਰਸੀਜ਼ ਦੇ ਨਾਲ ਜ਼ਰੂਰ ਕਨੈਕਟ ਕਰੋ, ਕਿਉਂਕਿ ਇੱਕ ਮੈਨੂੰ ਲੱਗਦਾ ਕਿ ਬਹੁਤ ਵਧੀਆ ਆਪਸ਼ਨ ਜਿਹੜੀ ਆ ਉਹ ਮਿਲ ਰਹੀ ਹੈ ਇਸ ਟਾਈਮ BSc ਨਰਸਿੰਗ ਵਾਲਿਆਂ ਵਾਸਤੇ। ਸੋ ਇਹ ਸਰ ਇਹ ਇੱਕ ਸੈਪਰੇਟ ਚੀਜ਼ ਹੋਗੀ ਜੋ BSc ਨਰਸਿੰਗ ਵਾਲਿਆਂ ਵਾਸਤੇ ਤੁਹਾਡੇ ਕੋਲ ਓਪਰਚੁਨਿਟੀ। ਅਦਰਵਾਈਜ਼ ਬਾਕੀ ਨਰਸਿਸ ਦੀ ਗੱਲ ਕਰਾਂ ਮੈਂ, ਉਹਨਾਂ ਲਈ ਕੀ ਆਪਸ਼ਨਸ ਰਹਿਣਗੀਆਂ? ਜਿਹੜੇ ਨਰਸਿੰਗ ਅਗਰ ਤੇ ਨਰਸਿੰਗ ਫੀਲਡ ਲਈ ਜਾਣਾ ਚਾਹੁੰਦੇ ਤੇ ਦੇ ਕੈਨ ਡੂ ਕਨਵਰਜਨ ਕੋਰਸ, 2 ਸਾਲ ਦਾ ਕੋਰਸ ਹੁੰਦਾ ਹੈ, ਬਟ ਅਗੇਨ 7 ਬੈਂਡ ਹੀ ਨਹੀਂ ਚਾਹੀਦਾ। ਸੈਕਿੰਡ ਜਿਹੜਾ ਬੜਾ ਪਪੂਲਰ ਪ੍ਰੋਗਰਾਮ ਹੈਗਾ, ਮਾਸਟਰਸ ਆਫ ਸੋਸ਼ਲ ਵਰਕ।
ਅਗੇਨ 7 ਬੈਂਡ ਈਚ ਚਾਹੀਦੇ ਹੈਗੇ ਕਿਉਂਕਿ ਮਾਸਟਰ ਆਫ ਸੋਸ਼ਲ ਵਰਕ ਦੇ ਵਿੱਚ ਵੀ ਦੇਰ ਇਜ਼ ਅ ਹਿਊਜ ਡਿਮਾਂਡ ਸੋ ਐਨੀਥਿੰਗ ਰਿਲੇਟਡ ਟੂ ਕਮਿਊਨਿਟੀ ਇਨ ਆਸਟ੍ਰੇਲੀਆ ਦੇਰ ਇਜ਼ ਅ ਹਿਊਜ ਡਿਮਾਂਡ ਬਿਕੋਜ਼ ਤੁਹਾਨੂੰ ਪਤਾ ਉਹਨਾਂ ਦੀ ਸਰਕਾਰ ਆਪਣੀ ਕਮਿਊਨਿਟੀ ਦਾ ਬਹੁਤ ਧਿਆਨ ਰੱਖਦੀ ਹੈ ਐਂਡ 올ਡ ਏਜ ਉੱਥੇ ਕਾਫੀ ਹੈਗੇ ਐਂਡ ਸੋ 올ਡ ਏਜ ਕੇਅਰ ਦੇ ਅੰਦਰ ਦੇਰ ਇਜ਼ ਅ ਹਿਊਜ ਡਿਮਾਂਡ apart from that nurses can do some other courses also like diploma in community welfare or anything like that so courses are abundance but depending on your education here and your IELTS result rest ਜਿਹੜੇ ਬੱਚੇ ਨੇ ਮੈਡੀਕਲ 10+2 ਕੀਤਾ I highly recommend ਕਿ ਅਗਰ ਤੁਸੀਂ ਮਿਹਨਤ ਕਰਕੇ 7 band in each ਲੈ ਲਓ so go for directly a bachelor of nursing every university has courses there ਸੋ ਬੈਚਲਰ ਆਫ ਨਰਸਿੰਗ ਕਰਨ ਤੋਂ ਬਾਅਦ ਆਪਣੇ ਆਪ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਐਂਡ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਦੇ ਕੈਨ ਗੋ ਫॉर employment ਐਂਡ employment ਡੈਫੀਨੇਟਲੀ ਨਰਸਿੰਗ ਸਾਈਡ ਆਲਮੋਸਟ ਗਰੰਟਿਡ ਹੈ ਓਕੇ ਵੈਰੀ ਨਾਈਸ ਸੋ ਬਿਲਕੁਲ ਜੀ ਸੋ ਅੱਜ ਨਰਸਿੰਗ ਜਿਨ੍ਹਾਂ ਨੇ ਕੀਤੀ ਹੈਗੀ ਉਹਨਾਂ ਲਈ ਅਸੀਂ ਆਪਸ਼ਨਸ ਦੀ ਗੱਲ ਕੀਤੀ ਹੈ ਹੋਰ ਆਪਸ਼ਨ ਚਾਹੀਦੀ ਹੈ ਨੰਬਰ ਤੁਹਾਡੇ ਕੋਲ ਆ ਗਏ ਨੇ ਸੋ ਥੈਂਕ ਯੂ ਸੋ ਮਚ ਥੈਂਕ ਯੂ ਜੀ ਐਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ ਪਰ ਜਲਦੀ ਆਫਿਸ ਦੇ ਐਡਰੈਸਿਸ ਐਂਡ ਜੋ ਫੋਨ ਨੰਬਰ ਫਲੈਸ਼ ਹੋ ਰਿਹਾ ਇਸ ਨੂੰ ਨੋਟ ਕਰ ਲਓ ਸਤਿ ਸ਼੍ਰੀ ਅਕਾਲ